1 ਜੁਲਾਈ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 1 ਜੁਲਾਈ ਦੇ ਇਤਿਹਾਸ ਬਾਰੇ। 1 ਜੁਲਾਈ 1938 ਨੂੰ ਬੰਸਰੀ ਵਾਦਕ ਹਰੀ ਪ੍ਰਸਾਦ ਚੁਰਸੀਆ ਦਾ ਜਨਮ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਹੋਇਆ ਸੀ। ਹਰੀ ਪ੍ਰਸਾਦ ਚੁਰਸੀਆ ਨੇ ਪੂਰੀ ਦੁਨੀਆ ਵਿੱਚ ਆਪਣੀ ਬੰਸਰੀ ਨਾਲ ਭਾਰਤੀ ਸੰਗੀਤ ਨੂੰ ਇੱਕ ਨਵੇਂ ਮੁਕਾਮ ਤੇ ਪਹੁੰਚਾਇਆ ਸੀ। ਉਹਨਾਂ ਦੇ ਪਿਤਾ ਇੱਕ ਪਹਿਲਵਾਨ ਸਨ। ਜਦੋਂ ਉਹ ਸਿਰਫ 5 ਸਾਲ ਦੇ ਸਨ ਤਾਂ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀ। ਹਰੀ ਪ੍ਰਸਾਦ ਚੁਰਸੀਆ ਦਾ ਬਚਪਨ ਬਨਾਰਸ ਦੇ ਗੰਗਾ ਕਿਨਾਰੇ ਵਿੱਚ ਬੀਤਿਆ ਸੀ। ਉਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਤਬਲਾ ਵਾਦਕ ਵਜੋਂ ਸ਼ੁਰੂ ਹੋਈ ਸੀ। ਪੰਡਿਤ ਹਰੀ ਪ੍ਰਸਾਦ ਨੇ ਆਪਣੇ ਪਿਤਾ ਦੀ ਸਹਿਮਤੀ ਤੋਂ ਬਿਨਾਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਉਹ ਆਪਣੇ ਪਿਤਾ ਜੀ ਦੇ ਨਾਲ ਅਖਾੜੇ ਵਿੱਚ ਜਾਂਦੇ ਸਨ, ਪਰ ਉਹਨਾਂ ਦੀ ਕੁਸ਼ਤੀ ਵਿੱਚ ਕਦੇ ਕੋਈ ਦਿਲਚਸਪੀ ਨਹੀਂ ਸੀ। ਹਰੀ ਪ੍ਰਸਾਦ ਚੁਰਸੀਆ ਨੇ ਸੰਤੂਰ ਵਾਦਕ ਸ਼ਿਵ ਕੁਮਾਰ ਸ਼ਰਮਾ ਦੇ ਸਹਿਯੋਗ ਨਾਲ ਕਈ ਹਿੰਦੀ ਫਿਲਮਾਂ ਵਿੱਚ ਕਈ ਸ਼ਾਨਦਾਰ ਸੰਗੀਤ ਦਿੱਤੇ ਸਨ। ਇਹਨਾਂ ਦੋਹਾਂ ਦੀ ਜੋੜੀ ਨੂੰ ਸੰਗੀਤ ਦੀ ਦੁਨੀਆ ਵਿੱਚ ਸ਼ਿਵ ਹਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਜੋੜੀ ਨੇ ਚਾਂਦਨੀ, ਡਰ ਅਤੇ ਲਮਹੇ ਵਰਗੀਆਂ ਕਈ ਹਿੰਦੀ ਫਿਲਮਾਂ ਵਿੱਚ ਆਪਣੇ ਸੰਗੀਤ ਦਾ ਜਾਦੂ ਬਿਖੇਰਿਆ ਹੈ। ਹਰੀ ਪ੍ਰਸਾਦ ਚੁਰਸੀਆ ਨੂੰ ਸਾਲ 2000 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਕਈ ਅੰਤਰਰਾਸ਼ਟਰੀ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਹਰੀ ਪ੍ਰਸਾਦ ਚੁਰਸੀਆ ਨੂੰ ਫਰਾਂਸ ਦੀ ਸਰਕਾਰ ਤੋਂ ਨਾਈਟ ਆਫ ਦੀ ਆਰਡਰ ਆਫ ਆਰਟਸ ਐਂਡ ਲੈਟਰਸ ਅਵਾਰਡ ਮਿਲ ਚੁੱਕਾ ਹੈ ਅਤੇ ਬ੍ਰਿਟਿਸ਼ ਸ਼ਾਹੀ ਪਰਿਵਾਰ ਤੋਂ ਸਨਮਾਨ ਮਿਲ ਚੁੱਕਾ ਹੈ। ਸਟੇਟ ਬੈਂਕ ਆਫ ਇੰਡੀਆ ਦਾ ਸਥਾਪਨਾ ਦਿਵਸ 1 ਜੁਲਾਈ 1955 ਨੂੰ ਮਨਾਇਆ ਜਾਂਦਾ ਹੈ। SBI ਭਾਰਤ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਬੈਂਕ ਹੈ। ਇਸ ਦੀ ਸਥਾਪਨਾ ਦੀ ਕਹਾਣੀ ਕਾਫੀ ਦਿਲਚਸਪ ਹੈ ਅਤੇ ਇਤਿਹਾਸ ਦੇ ਕਈ ਮਹੱਤਵਪੂਰਨ ਘਟਨਾਵਾਂ ਸ਼ਾਮਿਲ ਹਨ। ਕਿਹਾ ਜਾਂਦਾ ਹੈ ਕਿ ਸਾਲ 1806 ਵਿੱਚ ਕਲਕੱਤਾ 'ਚ ਬੈਂਕ ਆਫ ਕਲਕੱਤਾ ਦਾ ਗਠਨ ਹੋਇਆ ਸੀ। ਫਿਰ ਬਾਅਦ ਵਿੱਚ 1840 ਵਿੱਚ ਬੈਂਕ ਆਫ ਮਦਰਾਸ ਅਤੇ ਬੈਂਕ ਆਫ ਬੰਬੇ ਦੀ ਸਥਾਪਨਾ ਕੀਤੀ ਗਈ। ਇਹ ਤਿੰਨੋਂ ਬੈਂਕ ਪ੍ਰੈਜ਼ੀਡੈਂਸੀ ਬੈਂਕ ਵਜੋਂ ਜਾਣੇ ਜਾਂਦੇ ਸਨ। ਫਿਰ 27 ਜਨਵਰੀ 1921 ਨੂੰ ਇਹ ਤਿੰਨ ਪ੍ਰੈਜ਼ੀਡੈਂਸੀ ਬੈਂਕਾਂ ਦਾ ਰਲੇਵਾਂ ਹੋ ਗਿਆ ਅਤੇ ਇਹ ਇੰਪੀਰੀਅਲ ਬੈਂਕ ਆਫ ਇੰਡੀਆ ਵਜੋਂ ਜਾਣਿਆ ਜਾਣ ਲੱਗਾ। ਫਿਰ 1 ਜੁਲਾਈ 1955 ਨੂੰ ਇੰਪੀਰੀਅਲ ਬੈਂਕ ਆਫ ਇੰਡੀਆ ਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਇਸ ਦਾ ਨਾਮ ਸਟੇਟ ਬੈਂਕ ਆਫ ਇੰਡੀਆ ਰੱਖਿਆ ਗਿਆ। SBI ਦਾ ਮੁੱਖ ਦਫ਼ਤਰ ਮੁੰਬਈ, ਮਹਾਰਾਸ਼ਟਰ ਵਿੱਚ ਹੈ। SBI ਦੀਆਂ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਤੇ ਹਜ਼ਾਰਾਂ ਸ਼ਾਖਾਵਾਂ ਅਤੇ ATM ਹਨ। 1 ਜੁਲਾਈ 1879 ਨੂੰ ਭਾਰਤ ਵਿੱਚ ਪਹਿਲੀ ਵਾਰ ਪੋਸਟ ਕਾਰਡ ਜਾਰੀ ਕੀਤੇ ਗਏ ਸਨ। ਪੋਸਟ ਕਾਰਡ ਦੀ ਸ਼ੁਰੂਆਤ ਨੂੰ ਭਾਰਤੀ ਡਾਕ ਸੇਵਾ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾਂਦਾ ਹੈ। ਸ਼ੁਰੂ ਵਿੱਚ ਪੋਸਟ ਕਾਰਡ ਦੀ ਕੀਮਤ ਅੱਧਾ ਆਨਾ ਸੀ, ਜੋ ਕਿ ਭਾਰਤੀ ਮੁਦਰਾ ਦੀ ਇੱਕ ਛੋਟੀ ਇਕਾਈ ਸੀ। ਇਹ ਉਸ ਸਮੇਂ ਦੇ ਹੋਰ ਡਾਕ ਖਰਚਿਆਂ ਦੇ ਮੁਕਾਬਲੇ ਬਹੁਤ ਸਸਤਾ ਸੀ। ਨਾਲ ਹੀ ਪਹਿਲੇ ਪੋਸਟ ਕਾਰਡ ਦਾ ਡਿਜ਼ਾਈਨ ਸਧਾਰਨ ਸੀ ਅਤੇ ਇੱਕ ਪਾਸੇ ਭੇਜਣ ਵਾਲੇ ਦਾ ਪਤਾ ਅਤੇ ਦੂਜੇ ਪਾਸੇ ਸੰਦੇਸ਼ ਲਿਖਿਆ ਹੋਇਆ ਸੀ। ਪੋਸਟ ਕਾਰਡ ਮੋਟੇ ਕਾਗਜ਼ ਜਾਂ ਪਤਲੇ ਕੱਤੇ ਦਾ ਆਇਤਾਕਾਰ ਟੁਕੜਾ ਹੁੰਦਾ ਹੈ, ਜਿਸ ਦੀ ਵਰਤੋਂ ਸੁਨੇਹੇ ਲਿਖਣ ਲਈ ਕੀਤੀ ਜਾਂਦੀ ਹੈ ਅਤੇ ਇਸ ਨੂੰ ਲਿਫਾਫੇ ਵਿੱਚ ਬੰਦ ਕੀਤੇ ਬਿਨਾਂ ਡਾਕ ਦੁਆਰਾ ਵੀ ਭੇਜਿਆ ਜਾ ਸਕਦਾ ਹੈ। ਪੋਸਟ ਕਾਰਡ ਦੀ ਸ਼ੁਰੂਆਤ 1869 ਵਿੱਚ ਆਸਟ੍ਰੇਲੀਆ ਵਿੱਚ ਸ਼ੁਰੂ ਹੋਈ ਸੀ। ਇਹ ਇੰਨਾ ਮਸ਼ਹੂਰ ਸਾਬਿਤ ਹੋਇਆ ਕਿ 1 ਮਹੀਨੇ ਦੇ ਅੰਦਰ 1.5 ਮਿਲੀਅਨ ਪੋਸਟ ਕਾਰਡ ਵਿਕ ਗਏ। ਇਸ ਦੇ ਨਾਲ ਹੀ ਪੋਸਟ ਕਾਰਡ ਸੇਵਾ ਨੇ ਭਾਰਤ ਵਿੱਚ ਬਹੁਤ ਹੀ ਜਲਦੀ ਪ੍ਰਸਿੱਧੀ ਹਾਸਲ ਕੀਤੀ, ਕਿਉਂਕਿ ਇਹ ਇੱਕ ਸਸਤਾ ਅਤੇ ਸਰਲ ਮਾਧਿਅਮ ਸੀ ਜੋ ਵੱਖ-ਵੱਖ ਵਰਗਾਂ ਦੇ ਲੋਕਾਂ ਵਿਚਕਾਰ ਸੰਚਾਰ ਦੀ ਸਹੂਲਤ ਦਿੰਦਾ ਸੀ। ਵਰਤਮਾਨ ਵਿੱਚ ਇਲੈਕਟ੍ਰੋਨਿਕ ਸੰਚਾਰ ਸਾਧਨਾਂ ਦੇ ਉਭਾਰ ਦੇ ਬਾਵਜੂਦ ਪੋਸਟ ਕਾਰਡ ਆਪਣੀ ਵਿਸ਼ੇਸ਼ਤਾ ਅਤੇ ਮਹੱਤਵ ਨੂੰ ਬਰਕਰਾਰ ਰੱਖਦੇ ਹਨ। ਭਾਰਤੀ ਡਾਕ ਵਿਭਾਗ ਅਜੇ ਵੀ ਵੱਖ-ਵੱਖ ਡਿਜ਼ਾਈਨਾਂ ਅਤੇ ਵਰਤੋਂ ਦੇ ਨਾਲ ਪੋਸਟ ਕਾਰਡ ਜਾਰੀ ਕਰਦਾ ਹੈ। ਭਾਰਤ 'ਚ ਵਸਤੂ ਅਤੇ ਸੇਵਾਵਾਂ ਟੈਕਸ ਯਾਨੀ ਕਿ GST 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ। ਇਹ ਭਾਰਤ ਦੀ ਟੈਕਸ ਪ੍ਰਣਾਲੀ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਸੀ, ਜਿਸ ਦਾ ਮਕਸਦ ਵੱਖ-ਵੱਖ ਕਿਸਮਾਂ ਦੇ ਅਸਿੱਧੇ ਟੈਕਸਾਂ ਨੂੰ ਇਕੱਠਾ ਕਰਕੇ ਇੱਕ ਸਿੰਗਲ, ਸਰਲ ਅਤੇ ਪਾਰਦਰਸ਼ੀ ਟੈਕਸ ਪ੍ਰਣਾਲੀ ਸਥਾਪਿਤ ਕਰਨਾ ਸੀ। ਗੁੱਡਸ ਐਂਡ ਸਰਵਿਸਿਜ਼ ਟੈਕਸ ਐਕਟ 29 ਮਾਰਚ 2017 ਨੂੰ ਸੰਸਦ ਵਿੱਚ ਪਾਸ ਕੀਤਾ ਗਿਆ ਸੀ। GST ਤੋਂ ਪਹਿਲਾਂ ਭਾਰਤ ਵਿੱਚ ਕਈ ਤਰ੍ਹਾਂ ਦੇ ਅਸਿੱਧੇ ਟੈਕਸ ਲਾਗੂ ਹੁੰਦੇ ਸਨ, ਜਿਵੇਂ ਕਿ ਕੇਂਦਰੀ ਆਬਕਾਰੀ ਸੇਵਾ ਟੈਕਸ, ਵੈਟ ਯਾਨੀ ਵੈਲਿਊ ਐਡਿਡ ਟੈਕਸ, ਮਨੋਰੰਜਨ ਟੈਕਸ, ਐਂਟਰੀ ਟੈਕਸ, ਲਗਜ਼ਰੀ ਟੈਕਸ ਆਦਿ। ਪਰ GST ਦੇ ਲਾਗੂ ਹੋਣ ਦੇ ਨਾਲ ਇਹਨਾਂ ਵੱਖ-ਵੱਖ ਕਿਸਮਾਂ ਦੇ ਅਸਿੱਧੇ ਟੈਕਸਾਂ ਨੂੰ ਇਕਸਾਰ ਕਰ ਦਿੱਤਾ ਗਿਆ ਅਤੇ ਇੱਕ ਸਿੰਗਲ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ। ਕਿਹਾ ਜਾਂਦਾ ਹੈ ਕਿ GST ਨੂੰ ਲਾਗੂ ਕਰਨ ਲਈ ਭਾਰਤੀ ਸੰਵਿਧਾਨ ਵਿੱਚ 121ਵੀਂ ਸੋਧ ਕੀਤੀ ਗਈ ਸੀ। ਨਾਲ ਹੀ GST ਕੌਂਸਲ ਦੀ ਸਥਾਪਨਾ ਕੀਤੀ ਗਈ ਸੀ, ਜਿਸ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਨੁਮਾਇੰਦੇ ਸ਼ਾਮਿਲ ਹਨ। ਇਹ ਕੌਂਸਲ GST ਨਾਲ ਸੰਬੰਧਿਤ ਸਾਰੇ ਮਹੱਤਵਪੂਰਨ ਫੈਸਲੇ ਲੈਂਦੀ ਹੈ। GST ਕੌਂਸਲ ਨਿਯਮਿਤ ਤੌਰ ਤੇ ਮੀਟਿੰਗ ਕਰਦੀ ਹੈ ਅਤੇ ਵੱਖ-ਵੱਖ ਦਰਾਂ ਅਤੇ ਨੀਤੀਆਂ ਵਿੱਚ ਲੋੜੀਂਦੀਆਂ ਸੋਧਾਂ ਕਰਦੀ ਹੈ। 1 ਜੁਲਾਈ ਨੂੰ ਹਰ ਸਾਲ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ। ਇਹ ਪਹਿਲੀ ਵਾਰ ਸਾਲ 1991 ਵਿੱਚ ਮਨਾਇਆ ਗਿਆ ਸੀ। ਇਹ ਦਿਨ ਬਿਧਾਨ ਚੰਦਰ ਰਾਏ ਦੇ ਜਨਮ ਦਿਨ ਅਤੇ ਬਰਸੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਡਾਕਟਰ ਬਿਧਾਨ ਚੰਦਰ ਰਾਏ ਇੱਕ ਪ੍ਰਸਿੱਧ ਡਾਕਟਰ ਅਤੇ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਸਨ। ਉਹਨਾਂ ਨੇ ਮੈਡੀਕਲ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਸੀ। ਉਹ ਇੱਕ ਉੱਚ ਪੜ੍ਹੇ ਲਿਖੇ ਡਾਕਟਰ ਸਨ ਜਿਨ੍ਹਾਂ ਨੇ ਡਾਕਟਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਕਈ ਕਦਮ ਚੁੱਕੇ। ਉਹਨਾਂ ਨੇ ਕੋਲਕਾਤਾ ਵਿੱਚ ਬਹੁਤ ਸਾਰੇ ਹਸਪਤਾਲ ਅਤੇ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ। ਉਹਨਾਂ ਨੂੰ 1961 ਵਿੱਚ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦਾ ਜਨਮ 1 ਜੁਲਾਈ 1882 ਨੂੰ ਹੋਇਆ ਸੀ ਅਤੇ 1 ਜੁਲਾਈ 1962 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਇਹ ਦਿਨ ਖਾਸ ਤੌਰ ਤੇ ਡਾਕਟਰਾਂ ਅਤੇ ਉਹਨਾਂ ਦੇ ਵੱਡਮੁੱਲੇ ਯੋਗਦਾਨਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਸਾਰੇ ਡਾਕਟਰਾਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕੀਤਾ। ਉਹ ਨਾ ਸਿਰਫ ਬਿਮਾਰੀਆਂ ਦਾ ਇਲਾਜ ਕਰਦੇ ਹਨ ਬਲਕਿ ਸਮਾਜ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਵੀ ਉਤਸ਼ਾਹਿਤ ਕਰਦੇ ਹਨ। ਹਰ ਸਾਲ ਡਾਕਟਰ ਦੇ ਸਨਮਾਨ ਵਿੱਚ ਇਸ ਵਿਸ਼ੇਸ਼ ਦਿਨ ਨੂੰ ਮਨਾਉਣ ਲਈ ਇੱਕ ਥੀਮ ਰੱਖੀ ਜਾਂਦੀ ਹੈ। ਇਸ ਸਾਲ ਦੀ ਥੀਮ ਹੀਲਿੰਗ ਹੈਂਡਸ ਕੇਅਰਿੰਗ ਹਾਰਟਸ ਹੈ।